ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ ਤੇ ਜਿੱਦਾਂ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਰਾਹੁਲ ਕਸ਼ਯਪ ਜੀ ਦੇ ਨਾਲ ਗੱਲਬਾਤ ਕੀਤੀ ਸੀਗੀ RHI ਪਲਾਨ ਦੇ ਬਾਰੇ। ਅੱਜ ਫਿਰ ਅਸੀਂ ਉਹਨਾਂ ਕੋਲ ਚੱਲਦੇ ਹਾਂ। ਅੱਜ ਫਿਰ ਇੱਕ ਵਾਰ ਮੈਂ ਮੁੜ ਤੋਂ ਉਹਨਾਂ ਦਾ ਸਵਾਗਤ ਕਰਦੀ ਹਾਂ ਸ਼ੋਅ ਦੇ ਵਿੱਚ। ਰਾਹੁਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ। ਥੈਂਕ ਯੂ ਰਾਖੀ ਜੀ, ਤੁਹਾਨੂੰ ਤੇ ਸਾਡੇ ਸਾਰੇ ਜਿਹੜੇ ਵਿਊਅਰਸ ਹੈਗੇ ਉਹਨਾਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਥੈਂਕ ਯੂ ਸਰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਹੁਲ ਕਸ਼ਯਪ ਜੀ ਦੇ ਨਾਲ ਇੱਕ ਬਹੁਤ ਹੀ ਇੰਟਰਸਟਿੰਗ ਟੌਪਿਕ ਦੇ ਉੱਤੇ, ਜੋ ਹੈਗਾ ਮੌਰਗੇਜ ਡਾਊਨ ਪੇਮੈਂਟ ਬਾਰੇ, ਜਿਹਦੇ ਬਾਰੇ ਹਰ ਇੱਕ ਇਨਸਾਨ ਜਾਣਨਾ ਚਾਹੁੰਦਾ ਹੈ ਕਿ ਆਪਾਂ ਕਿੰਨੀ ਕੁ ਡਾਊਨ ਪੇਮੈਂਟ ਕਰ ਸਕਦੇ ਹਾਂ ਐਂਡ ਕਿਸ ਤਰੀਕੇ ਦੇ ਨਾਲ ਕਿਹੜੇ ਸਟੈਪਸ ਫੋਲੋ ਕੀਤੇ ਜਾਂਦੇ ਨੇ ਇਹਨੂੰ ਕਰਨ ਵਾਸਤੇ। ਰਾਹੁਲ ਜੀ, ਸਭ ਤੋਂ ਪਹਿਲਾਂ ਤਾਂ ਮੇਰੇ ਤੋਂ ਬਹੁਤ ਹੀ ਪਿਆਰਾ ਜਿਹਾ ਛੋਟਾ ਜਿਹਾ ਸਵਾਲ ਹੈ ਤੁਹਾਡੇ ਤੋਂ ਕਿ ਮੌਰਗੇਜ ਡਾਊਨ ਪੇਮੈਂਟ ਹੁੰਦਾ ਕੀ ਆ? ਦੇਖੋ ਰਾਖੀ ਜੀ, this is I think the first question anyone should ask ਜੇ ਤੁਸੀਂ ਰੀਅਲ estate ਦੇ ਵਿੱਚ ਸੋਚਦੇ ਵੀ ਪਏ ਹੈਗੇ ਨਾ ਕਿ ਆਪਾਂ ਇਨਵੈਸਟ ਕਰਨਾ ਹੈਗਾ ਜਾਂ ਬਾਈ ਕਰਨੀ ਹੈਗੀ, ਕਿ ਮੌਰਗੇਜ ਡਾਊਨ ਪੇਮੈਂਟ ਹੁੰਦੀ ਕੀ ਹੈਗੀ ਹੈ। ਸੋ ਮੌਰਗੇਜ ਡਾਊਨ ਪੇਮੈਂਟ ਜੇ ਆਪਾਂ ਸਿੰਪਲ ਵਰਡਸ ਦੱਸੀਏ, ਇਟਸ ਅ ਸਮਾਲ ਪੋਰਸ਼ਨ ਆਫ ਮਨੀ ਦੈਟ ਯੂ ਪੁੱਟ ਡਾਊਨ against your purchase price, ਤੇ ਬਾਕੀ ਦਾ ਜਿਹੜਾ ਰਿਮੇਨਿੰਗ ਅਮਾਊਂਟ ਹੈਗਾ ਉਹਦੇ ਉੱਤੇ ਤੁਹਾਨੂੰ ਜਿਹੜੇ ਲੈਂਡਰ ਹੈਗੇ ਆ, whether it's a bank or B lender or private lender, they will give you mortgage on the remaining amount. ਉਹ ਜਿਹੜੀ ਡਾਊਨ ਪੇਮੈਂਟ ਹੈਗੀ ਆ ਉਹ ਸਾਨੂੰ ਅਸੀਂ ਕਹਿੰਦੇ ਮੌਰਗੇਜ ਡਾਊਨ ਪੇਮੈਂਟ ਉਹਨੂੰ। ਠੀਕ ਹੈ ਸਰ। ਤੇ ਜਿੱਦਾਂ ਕਿ ਤੁਸੀਂ ਦੱਸਿਆ ਵੀ ਇੱਕ ਡਾਊਨ ਪੇਮੈਂਟ ਹੁੰਦੀ ਹੈ, ਜਿਹੜਾ ਵੀ ਆਪਾਂ ਘਰ ਬਾਈ ਕਰਨਾ ਚਾਹੁੰਦੇ ਹਾਂ ਉਹਦੇ ਉੱਤੇ ਜਿੰਨੀ ਕਿ ਡਾਊਨ ਪੇਮੈਂਟ ਕੀਤੀ ਜਾਂਦੀ ਹੈ ਉਹਨੂੰ ਮੌਰਗੇਜ ਡਾਊਨ ਪੇਮੈਂਟ ਕਹਿੰਦੇ ਆ। ਸੋ ਹੁਣ ਮੇਰਾ ਇਸੇ ਤੋਂ ਦੂਜਾ ਸਵਾਲ ਇਹ ਆ ਵੀ ਕਿੰਨੀ ਕੁ ਸਾਨੂੰ ਡਾਊਨ ਪੇਮੈਂਟ ਕਰਨੀ ਚਾਹੀਦੀ ਆ? ਇੱਕ ਕੋਈ ਫਿਕਸਡ ਅਮਾਊਂਟ ਹੈ ਜਾਂ ਇਟ ਵੈਰੀਜ਼ ਐਜ਼ ਵੈਲ? ਦੇਖੋ ਆ ਜਿਹੜੀ ਹੈਗੇ ਇਟਸ ਅ ਵੈਰੀ ਬ੍ਰੌਡ ਕੁਐਸਚਨ, ਬਿਕਾਜ਼ ਹਰ ਇੱਕ ਦੇ ਹਿਸਾਬ ਨਾਲ ਜਿੰਨੀ ਘੱਟ ਕਰੀਏ ਉਹਨਾਂ ਬੈਟਰ ਹੁੰਦਾ, ਰਾਈਟ? ਬਟ ਟਿਪੀਕਲੀ ਜਿਹੜੇ ਹੈਗੇ ਕੈਨੇਡਾ ਦੇ ਵਿੱਚ ਇਹ ਯੂਜਲੀ 10 ਜਾਂ 20% ਆਪਾਂ ਡਾਊਨ ਪੇਮੈਂਟ ਕਰਦੇ ਹੈਗੇ ਪਰਚੇਸ ਪ੍ਰਾਈਸ ਦੀ। ਕਈ ਇੱਦਾਂ ਦੇ ਵੀ ਕੇਸਿਸ ਹੈਗੇ ਜਿੱਥੇ ਆਪਾਂ ਸਿਰਫ 5% ਡਾਊਨ ਪੇਮੈਂਟ ਕਰਕੇ ਵੀ ਘਰ ਨੂੰ ਲੈ ਸਕਦੇ ਹੈਗੇ। ਓਕੇ ਜੀ, ਠੀਕ ਹੈ। ਸੋ ਇਹ ਏਰੀਆ ਵਾਈਜ਼ ਡਿਵਾਈਡ ਹੁੰਦਾ ਆ ਪਰਸੈਂਟੇਜ ਡਾਊਨ ਪੇਮੈਂਟ ਕਰਨਾ, ਜਾਂ ਕਿਸ ਹਿਸਾਬ ਨਾਲ ਇਹਨੂੰ ਡਿਵਾਈਡ ਕਰਦੇ? ਇਹ ਬੇਸਿਕਲੀ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿਹੜਾ ਪ੍ਰੋਡਕਟ ਲੈ ਰਹੇ ਹੈਗੇ ਹੋ, ਰਾਈਟ? ਐਂਡ ਤੁਹਾਡੀ ਕੁਆਲੀਫਿਕੇਸ਼ਨ, ਤੁਸੀਂ ਕੁਆਲੀਫਾਈ ਕਰ ਸਕੋਗੇ ਕਿ ਨਹੀਂ ਕਰ ਸਕੋਗੇ। ਬਿਕਾਜ਼ ਜਿਹੜੀ ਐਵਰੇਜ ਹੈਗੀ ਹੈ ਉਹ ਹੈਗੀ ਹੈ 20%। ਤੁਹਾਨੂੰ ਜੇ ਤੁਸੀਂ ਡਾਊਨ ਕਰਦੇ ਹੈਗੇ ਹੋ ਦੈਨ ਯੂ ਆਰ ਇਨ ਅ ਰੈਗੂਲਰ ਮੌਰਗੇਜ ਇਨਵਾਇਰਮੈਂਟ। ਜੇ ਐਨੀਥਿੰਗ ਲੈਸ ਦੈਨ 20% ਇਟ ਬਿਕਮਸ ਅ ਹਾਈ ਰਿਸਕ ਮੌਰਗੇਜ for the lenders, ਤਾਂ ਉਹਦੇ ਕਰਕੇ ਉਹਦੇ ਉੱਤੇ ਇੱਕ ਇੰਸ਼ੋਰੈਂਸ ਵੀ ਪੈਂਦੀ ਹੈਗੀ ਹੈ, which is the mortgage insurance ਆਪਾਂ ਉਹਨੂੰ ਕਹਿੰਦੇ ਹੈਗੇ, ਜਾਂ CMHC ਇੰਸ਼ੋਰੈਂਸ ਵੀ ਕਹਿੰਦੇ ਹੈਗੀ ਆ। ਸੋ ਜੇ ਟਿਪੀਕਲ ਤੁਹਾਡੀ 20% ਤੋਂ ਲੈਸ ਹੈਗੀ ਆ, there is going to be a certain different guidelines ਜਿਹੜੇ lenders ਹੈਗੇ they will use in order to qualify you। ਜੀ। ਤੇ ਇਹਦੇ ਨਾਲ ਜਿਹੜੀ ਡਾਊਨ ਪੇਮੈਂਟ ਹੁੰਦੀ ਆ ਮੌਰਗੇਜ, ਆਪਾਂ ਕੋਈ ਵੀ ਘਰ ਬਾਈ ਕਰਦੇ ਹਾਂ ਉਹਦੇ ਲਈ, ਉਹਦੇ ਤੋਂ ਵੀ ਇਫੈਕਟ ਪੈਂਦਾ ਹੈ ਮੌਰਗੇਜ ਦੇ ਉੱਤੇ? ਜੀ ਬਿਲਕੁਲ। ਦੇਖੋ ਕਿਉਂਕਿ ਤੁਹਾਡਾ ਅਮਾਊਂਟ ਜਿਹੜਾ ਹੈਗਾ, ਬਿਕਾਜ਼ ਯੂ ਆਰ whether savings for quite some time, or you're getting a gift from your family, or you can even getting RSPs ਤੋਂ ਵੀ ਤੁਸੀਂ ਲੈ ਸਕਦੇ ਹੈਗੇ ਹੋ। So there are a bunch of different ways where you can get this money from, and obviously ਜਿਹੜਾ ਟੋਟਲ ਅਮਾਊਂਟ ਹੈਗਾ ਪਰਚੇਸ ਪ੍ਰਾਈਸ ਦਾ ਉਹਦੇ ਅਗੇਂਸਟ ਜਿਹੜੀ ਵੀ ਡਾਊਨ ਪੇਮੈਂਟ ਬਣਦੀ ਹੈਗੀ ਤੁਹਾਡੀ, that will definitely impact. Now there's a certain criteria that one needs to understand, and I can give a bit of a brief on it. ਜੇ ਕਦੇ ਵੀ ਤੁਸੀਂ 5 ਲੱਖ ਤੱਕ ਘਰ ਲੈਂਦੇ ਹੈਗੇ ਹੋ, up to $500,000, ਜਿਹੜੀ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਹੈਗੀ ਹੈ ਲੈਂਡਰਸ ਦੀ, ਉਹ ਹੈਗੀ ਹੈ 5% ਦੀ ਆਫ ਦਾ ਪਰਚੇਸ ਪ੍ਰਾਈਸ। ਸੋ up to $500,000 ਤੁਸੀਂ 5% ਡਾਊਨ ਪੇਮੈਂਟ ਕਰਕੇ ਘਰ ਨੂੰ ਲੈ ਸਕਦੇ ਹੈਗੇ ਹੋ। 501,000 ਤੋਂ ਲੈ ਕੇ 999,999 ਤੱਕ, ਜਿਹੜਾ ਲੈਸ ਦੈਨ ਜਸਟ $1 million, ਉਹਦੇ ਉੱਤੇ ਤੁਹਾਨੂੰ ਪਹਿਲੇ 5 ਲੱਖ ਦੇ ਉੱਤੇ 5% ਪੇ ਕਰਨਾ ਪੈਂਦਾ ਹੈਗਾ। ਦੈਨ ਦ ਪਰਚੇਸ ਪ੍ਰਾਈਸ ਪਲੱਸ 10% of the remaining amount. I'll come back to it because I know it can get confusing, so I'll come back to this after. And ਜਿਹੜੇ $1 million ਦੇ ਉੱਤੇ ਘਰ ਹੈਗੀ ਆ, minimum down payment ਉਹਨਾਂ ਤੇ 20% ਦੀ ਹੈਗੀ ਆ। So anything above $1 million, you have to put down 20%. That's just a minimum requirement. You cannot do less than that. ਹੁਣ ਜਿੱਦਾਂ ਮੈਂ ਥੋੜਾ ਜਿਹਾ ਦੱਸਿਆ ਕਿ up to 500,000, it's a very simple math, ਕਿ ਤੁਸੀਂ 5% pay ਕਰਤਾ, which would be about $25,000. ਜੇ let's say for example ਤੁਹਾਡੇ ਘਰ ਦੀ ਵੈਲਿਊ ਹੈਗੀ ਹੈ $700,000, ਪਹਿਲੇ 5 ਲੱਖ ਦੇ ਉੱਤੇ ਤੁਸੀਂ 5% ਪੇ ਕਰਨਾ ਹੈਗਾ, which is $25,000. ਜਿਹੜਾ ਰਿਮੇਨਿੰਗ ਅਮਾਊਂਟ ਹੈਗਾ, which is $700,000 minus the $500,000, $2 ਲੱਖ ਜਿਹੜਾ ਬਚਦਾ ਹੈਗਾ, ਉਹਦਾ 10% ਤੁਹਾਨੂੰ ਹੋਰ ਪੇ ਕਰਨਾ ਪੈਣਾ ਹੈਗਾ। So you can actually purchase a house of $700,000 with a total down payment of about $45,000. So ਇਹ ਇਦਾਂ ਵੈਰੀਫਾਈ ਹੁੰਦੀ ਆ ਵੀ ਜਿਸ ਅਮਾਉਂਟ ਦੀ
ਘਰ ਹੈਗਾ ਜਿਸ ਅਮਾਉਂਟ ਦਾ ਜਿਸ ਪ੍ਰਾਈਸ ਰੇਂਜ ਦਾ ਘਰ ਹੈਗਾ ਉਹਦੇ ਹਿਸਾਬ ਨਾਲ ਇਹ ਵੈਰੀਫਾਈ ਕੀਤੀ ਜਾਂਦੀ ਹੈ ਐਬਸੋਲੂਟਲੀ ਹਾਂਜੀ ਸੋ ਜਿੱਦਾਂ ਮੈਂ ਦੱਸਿਆ ਕਿ 5 ਲੱਖ ਤੱਕ ਇਟਸ ਓਨਲੀ 5% ਬਟ ਐਨੀਥਿੰਗ ਅਬਵ ਦੈਟ ਇਟ ਹੈਜ਼ ਟੂ ਬੀ 10% ਬਟ ਉਹਦੇ ਨਾਲ ਵੀ ਅਸੀਂ ਵੀ ਕੈਨ ਟੇਕ ਦ ਡਿਫਰੈਂਸ ਐਂਡ ਵੀ ਕੈਨ ਗੋ ਵਿਦ ਅ ਲੋਅਰ ਸੋ ਯਾ you can buy a house of up to $700,000 with just $45,000 down as long as you qualify for that rate ਤੇ ਇਹਦੇ ਨਾਲ ਮੈਂ ਤੁਹਾਨੂੰ ਪੁੱਛੂੰਗੀ ਵੀ ਜਿਹੜੀ ਤੁਸੀਂ ਆਪਾਂ ਹੁਣ ਗੱਲ ਕਰ ਲਈ ਡਾਊਨ ਪੇਮੈਂਟ ਦੀ ਜਿਹੜੀ ਪਿੱਛੇ ਰਿਮੇਨਿੰਗ ਅਮਾਉਂਟ ਰਹਿ ਜਾਂਦੀ ਆ ਉਹਦੇ ਉੱਤੇ ਕਿਸ ਹਿਸਾਬ ਨਾਲ ਇੰਟਰਸਟ ਰੇਟ ਲਗਾਇਆ ਜਾਂਦਾ ਆ ਦੇਖੋ ਐਵਰੀ ਬੈਂਕ ਆਫਰਸ ਡਿਫਰੈਂਟ ਰੇਟਸ ਐਂਡ ਸਾਨੂੰ ਅੱਜਕੱਲ ਪਤਾ ਹੈਗਾ ਕਿ ਜਿਹੜੇ ਰੇਟਸ ਹੈਗੇ ਆ ਦੇ ਵੈਰੀ ਲੋ ਸੋ ਆਈਲ ਗਿਵ ਯੂ ਅ ਵੈਰੀ ਬਰੀਫ ਐਗਜ਼ਾਮਪਲ ਸੋ ਲੈਟਸ ਗੋ ਬਾਈ ਕਿ ਸਾਡੀ ਜਿਹੜੀ ਮਾਰਗੇਜ ਹੈਗੀ ਉਹ 5 ਸਾਲ ਫਿਕਸਡ ਹੈਗੀ ਹੈ ਵੀ ਆਰ ਗੈਟਿੰਗ ਅ ਟ੍ਰੈਮੈਂਡਸ ਰੇਟ ਆਫ 1.54% ਵਾਓ ਰਾਈਟ ਐਂਡ ਸਾਡੀ 25 ਸਾਲ ਦੀ ਐਮੋਰਟਾਈਜੇਸ਼ਨ ਹੈਗੀ ਹੈ ਜੇ ਲੈਟਸ ਸੇ ਵੀ ਬਾਈ ਅ ਹਾਊਸ ਵਿਦ 10% ਡਾਊਨ 6 ਲੱਖ ਤੱਕ ਹੈਗਾ ਉਹਦੇ ਉੱਤੇ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਮਾਰਗੇਜ ਇੰਸ਼ੋਰੈਂਸ ਜਿਹੜੀ ਪੈਂਦੀ ਹੈਗੀ ਆ ਦੈਟਸ ਗੋਇੰ ਟੂ ਬੀ ਅਰਾਊਂਡ $16,740 ਸਾਲ ਦੀ ਬਣਦੀ ਆ ਟੋਟਲ ਮਾਰਗੇਜ ਰਿਕੁਆਇਰਮੈਂਟ ਵੁੱਡ ਬੀ $556,740 your monthly payments on that would be around $2,236 ਇਹ ਹੈਗਾ 10% ਡਾਊਨ ਪੇਮੈਂਟ ਦੇ ਉੱਤੇ ਠੀਕ ਹੈ ਜੇ ਅਸੀਂ ਹੁਣ ਸਟੈਂਡਰਡ ਡਾਊਨ ਪੇਮੈਂਟ ਕਰੀਏ 20% ਦੀ which is going to be around $120,000 down on a $600,000 home ਉਹਦਾ ਬਹੁਤ ਸਿੰਪਲ ਮੈਥ ਹੈਗਾ ਤੁਹਾਨੂੰ ਮਾਰਗੇਜ ਪੈਣੀ ਹੈਗੀ $480,000 ਦੇ ਉੱਤੇ there is no mortgage insurance being added on ਉਹਦੇ ਕਰਕੇ ਜਿਹੜੀ ਤੁਹਾਡੀ ਡਿਫਰੈਂਸ ਹੈਗਾ ਮੰਥਲੀ ਪੇਮੈਂਟ ਦੇ ਵਿੱਚ ਉਹ ਬਣਦਾ ਹੈਗਾ $1,928 ਦਾ ਸੋ ਯੂ ਕੈਨ ਆਲਰੇਡੀ ਸੀ ਕਿ almost close to $300 ਦਾ ਫਰਕ ਪੈ ਗਿਆ ਤੁਹਾਨੂੰ right with putting down another 10% down so that is the difference between going with a lower down payment or going with a standardized 20% down now the good part is the larger the down payment the smaller your mortgage amount would be that's the simple math to go for ਸੋ ਜਿੱਦਾਂ ਕਿ ਹੁਣੇ ਰਾਹੁਲ ਜੀ ਨੇ ਸਾਨੂੰ ਦੱਸਿਆ ਵੀ ਸਾਨੂੰ ਕਿਸ ਹਿਸਾਬ ਨਾਲ ਡਾਊਨ ਪੇਮੈਂਟ ਕਰਨੀ ਚਾਹੀਦੀ ਹੈ ਤੇ ਕਿੱਦਾਂ ਕ੍ਰਾਈਟੇਰੀਆ ਵਿੱਚ ਡਿਵਾਈਡ ਕੀਤੀ ਜਾਂਦੀ ਆ ਇਹਦੇ ਬਾਰੇ ਹੋਰ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ ਰਾਹੁਲ ਕਸ਼ਯਪ ਜੀ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਪ੍ਰਵਾਸੀ ਪ੍ਰਾਪਰਟੀਜ਼ ਦੇ ਸ਼ੋਅ ਦੇ ਵਿੱਚ ਸਵਾਗਤ ਹੈ ਜਿੱਦਾਂ ਕਿ ਅਸੀਂ ਰਾਹੁਲ ਜੀ ਦੇ ਨਾਲ ਗੱਲ ਕਰ ਰਹੇ ਸੀਗੇ ਡਾਊਨ ਪੇਮੈਂਟ ਬਾਰੇ ਮਾਰਗੇਜ ਡਾਊਨ ਪੇਮੈਂਟ ਬਾਰੇ ਅਸੀਂ ਦੁਬਾਰਾ ਉਹਨਾਂ ਕੋਲ ਚੱਲਦੇ ਹਾਂ ਤੇ ਥੋੜੀ ਜਿਹੀ ਹੋਰ ਡਿਟੇਲ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂ ਰਾਹੁਲ ਜੀ ਇੱਕ ਵਾਰ ਫੇਰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਸਰ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਇੰਟਰਸਟ ਰੇਟ ਬਾਰੇ ਕਿ ਬੈਂਕਸ ਹਰ ਬੈਂਕ ਦਾ ਅਲੱਗ-ਅਲੱਗ ਕ੍ਰਾਈਟੇਰੀਆ ਹੁੰਦਾ ਹੈ ਅਲੱਗ-ਅਲੱਗ ਇੰਟਰਸਟ ਰੇਟ ਦੇ ਉੱਤੇ ਸਾਨੂੰ ਮਾਰਗੇਜ ਦਿੱਤੀ ਜਾਂਦੀ ਹੈ ਸੋ ਉਹਦੇ ਰਿਲੇਟਿਡ ਹੀ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੂੰਗੀ ਵੀ ਕੀ ਅਸੀਂ ਇੱਕ ਅਮਾਉਂਟ ਨੂੰ ਲੋਕ ਵੀ ਕਰ ਸਕਦੇ ਹਾਂ ਜਿਹੜਾ ਇੰਟਰਸਟ ਰੇਟ ਹੁੰਦਾ ਆ ਉਹ ਇੰਟਰਸਟ ਰੇਟ ਪਰਸੈਂਟੇਜ ਨੂੰ ਅਸੀਂ ਲੋਕ ਕਰ ਸਕਦੇ ਹਾਂ ਜੀ ਬਿਲਕੁਲ ਜਿਹੜੀ ਬੈਂਕਸ ਹੈਗੀ ਉਹ ਦੋ ਆਪਸ਼ਨ ਦਿੰਦੇ ਹੈਗੇ ਜੀ ਜਾਂ ਤਾਂ ਤੁਸੀਂ ਲੈ ਸਕਦੇ ਹੋ ਫਿਕਸਡ ਮਾਰਗੇਜ ਮੀਨਿੰਗ ਕਿ ਤੁਹਾਨੂੰ 3 ਸਾਲ ਦੀ 5 ਸਾਲ ਦੀ 10 ਸਾਲ ਦੀ ਜਿਹੜੀ ਵੀ ਰੇਟਸ ਹੈਗੀ ਆ ਉਹ ਤੁਸੀਂ ਲੌਕ ਕਰਾਤੇ ਹੈਗੇ ਆ that is what your payments are going to be based on for the entire term of that mortgage ਜੇ ਤੁਸੀਂ ਫਿਕਸ ਨਹੀਂ ਕਰਾਉਣਾ ਚਾਹੁੰਦੇ ਹੈਗੇ then banks also offer you variable mortgage ਜਿਹੜੀ basically change ਹੁੰਦੇ ਹੈਗੇ interest rate can change as per the prime rate ਜਿਹੜਾ Bank of Canada prime rate set ਕਰਦੇ ਹੈਗੇ ਆ if there is a movement in that prime rate if it goes higher you will end up paying a higher ਜੇ ਉਹ rate lower ਹੈਗਾ ਜਿੱਦਾਂ ਅੱਜਕੱਲ ਹੈਗਾ you are definitely in an advantage at that point because your payment would be lower so yes you can actually fix your rate or you can keep it variable as well ਸੋ ਇਹਦੇ ਵਿੱਚ ਆਈ ਥਿੰਕ ਫਾਇਦਾ ਤੇ ਲੋਕ ਕਰਾਉਣ ਦੇ ਵਿੱਚ ਹੀ ਹੈ ਇੱਕ ਫਿਕਸਡ ਅਮਾਉਂਟ ਦੇ ਵਿੱਚ ਬਿਕਾਜ਼ ਯੂ ਨੈਵਰ ਨੋ ਕਿ ਕਦੇ ਜਿਹੜਾ ਮਾਰਗੇਜ ਇੰਟਰਸਟ ਰੇਟ ਹੈ ਉਹ ਵੱਧ ਵੀ ਸਕਦਾ ਹੈ ਐਂਡ ਘਟ ਵੀ ਸਕਦਾ ਹੈ ਦੇਖੋ ਇਟ ਡਿਪੈਂਡਸ ਔਨ ਦ ਇੰਡੀਵਿਜੂਅਲ ਜੀ ਠੀਕ ਹੈ ਨਾ ਬਿਕਾਜ਼ ਐਟ ਦੀ ਐਂਡ ਆਫ ਦ ਡੇ ਯੂ ਕੈਨ ਗੋ ਵਿਦ ਦ ਫਿਕਸਡ However, sometimes it might be better option to stick with variable as well, especially like as the date of which, if you can, because the rates are already so low, if you decide to go with a lower rate based on your current scenario, it might not be such a bad option. So it honestly depends on the person's individual scenarios as well as the current economic situation too. Okay. So ਜਿੱਦਾਂ ਕਿ ਹੁਣੇ ਅਸੀਂ mortgage ਦੀ ਤੇ ਗੱਲ ਕਰ ਲਈ ਹੈ ਇਹਦੇ ਨਾਲ ਮੈਂ ਤੁਹਾਨੂੰ ਗੱਲ ਕਰਨਾ ਚਾਹੂੰਗੀ ਜਿਹੜੇ ਹੋਮ ਬਾਇਰਸ ਹੁੰਦੇ ਆ ਜੀ ਕੋਈ ਤੁਹਾਡੇ ਪਲਾਨਸ ਹੈਗੇ ਆ ਜਾਂ ਪਲਾਨ ਹੁੰਦੇ ਆ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਹੋਮ ਬਾਇਰਸ ਪਲਾਨ ਕਾਈਂਡ ਆਫ ਸੋ ਬਿਲਕੁਲ ਦੇਖੋ ਦੋ ਤਰੀਕੇ ਦੀ ਆਪਾਂ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਯੂ ਕੈਨ ਹੈਵ ਦ ਸੇਵਿੰਗਸ ਯੂ ਹੈਵ ਟੂ ਸੇਵ ਮਨੀ ਟੂ ਪੁੱਟ ਅ ਡਾਊਨ ਪੇਮੈਂਟ ਬਟ देयर इज ਆਲਸੋ ਹੋਮ ਬਾਇਰਸ ਪਲਾਨ ਜਿਹੜੇ ਲੋਕੀ ਯੂਜ਼ ਕਰ ਸਕਦੇ ਹੈਗੇ ਫਰਮ देयर RRSP
ਜਿਹੜੇ ਰਿਟਾਇਰਮੈਂਟ ਸੇਵਿੰਗਸ ਪਲਾਨ ਹੈਗਾ ਉਹਦੇ ਵਿੱਚੋਂ ਤੁਸੀਂ ਐਜ਼ ਅ ਫਰਸਟ ਟਾਈਮ ਹੋਮ ਬਾਇਰ ਯੂ ਕੈਨ ਯੂਜ਼ ਮਨੀ ਐਜ਼ ਅ ਡਾਊਨ ਪੇਮੈਂਟ ਜਿਹੜਾ ਮੈਕਸਿਮਮ ਉਹਦਾ ਅਮਾਊਂਟ ਅਲਾਉਡ ਹੈਗਾ ਉਹ ਹੈਗਾ $35,000 ਦਾ ਸੋ $35,000 they allow you to put towards the down payment of the house as the first time home buyer and over the 15-year timeline you have to pay that money back. Right? So there won't be any tax deductions on that amount. However, because it's your money, it is for your, RSP, you can use it towards your home purchasing. However, within the 15 years, you would have to put that money back. So that's the criteria. But yes, there's a home buyer's plan that you can use. So सिर्फ एक ही plan हैगा home buyers ला. So that's if you're going to use money from your RSPs, then that's the only criteria that you can do. ਸੋ ਇਹਦੇ ਨਾਲ ਮੈਨੂੰ ਥੋੜਾ ਜਿਹੀ ਜਾਣਕਾਰੀ ਦਿਓ ਤੁਸੀਂ ਹੋਮ ਇਕੁਇਟੀ ਬਾਰੇ ਮੈਂ ਬਿਕਾਜ਼ ਇਹਦੇ ਬਾਰੇ ਸੁਣਿਆ ਹੈ ਬਟ ਮੈਨੂੰ ਇਹਦਾ ਮੀਨਿੰਗ ਨਹੀਂ ਪਤਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਮੈਨੂੰ ਥੋੜਾ ਜਿਹਾ ਜਾਣਕਾਰੀ ਦਿਓ ਸੋ ਬੇਸਿਕਲੀ ਮੈਂ ਆਈ ਕੈਨ ਸਮ ਇਟ ਡਾਊਨ ਬੜੇ ਸਿੰਪਲ ਵਰਡਸ ਚ ਦੱਸ ਦੇਣਾ ਹੈਗਾ ਕਿ ਲੈਟਸ ਸੇ ਕਿ ਤੁਹਾਡੇ ਘਰ ਦੀ ਵੈਲਿਊ ਹੈ $8 ਲੱਖ ਦੀ ਠੀਕ ਹੈ ਨਾ ਤੁਹਾਡੇ ਉਹਦੇ ਦੇ ਮਾਰਗੇਜ ਬੈਲੈਂਸ ਹੈਗਾ $5 ਲੱਖ ਦਾ ਸੋ ਦੈਨ ਦੇयर ਇਜ਼ ਅ ਰਿਮੇਨਿੰਗ ਆਫ $300,000 ਉਹ ਜਿਹੜਾ ਬੈਲੈਂਸ ਬਚਦਾ ਹੈਗਾ ਦੈਟਸ ਕਾਲਡ ਹੋਮ ਇਕੁਇਟੀ. Right? Now, that money you can have access to in the way of a line of credit. ਉਹਨੂੰ ਕਹਿੰਦੇ ਅਸੀਂ home equity line of credit, short form ਹੈਗਾ HELOC. That's what you can use ਜਦ ਤੁਸੀਂ ਆਪਣੇ ਘਰ ਨੂੰ refinance ਕਰਾਓਗੇ and you get an appraisal value. ਜੇ ਤੁਹਾਡੇ ਘਰ ਦੀ value ਜ਼ਿਆਦਾ ਹੈਗੀ ਹੈ and ਤੁਹਾਡੇ mortgage amount ਘੱਟ ਹੈਗਾ, the difference between those two items ਉਸ ਤੱਕ ਅਮਾਊਂਟ ਦੀ ਤੁਹਾਨੂੰ ਜੇ ਕੁਆਲੀਫਾਈ ਹੁੰਦੇ ਹੈਗੇ ਹੋ ਅਗੇਨ ਦੇयर इज ਅ ਲੋਟ ਆਫ ਕੁਆਲੀਫਾਈਂਗ ਕ੍ਰਾਈਟੇਰੀਆਜ਼ ਟੂ ਇਟ ਬਟ ਦੈਟ ਇਕੁਇਟੀ ਯੂ ਕੈਨ ਹੈਵ ਐਕਸੈਸ ਟੂ ਐਜ਼ ਅ ਲਾਈਨ ਆਫ ਕ੍ਰੈਡਿਟ. ਠੀਕ ਹੈ ਇਹਦੇ ਬਾਅਦ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਇੰਸ਼ੋਰੈਂਸ ਬਾਰੇ ਕਿ ਜਿਹੜੀ ਮਾਰਗੇਜ ਡਿਫਾਲਟ ਇੰਸ਼ੋਰੈਂਸ ਹੁੰਦੀ ਹੈ ਥੋੜੀ ਜਿਹੀ ਮੈਨੂੰ ਉਹਦੇ ਬਾਰੇ ਐਕਸਪਲੇਨ ਕਰੋ. ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਡਾਊਨ ਪੇਮੈਂਟ ਜਿਹੜੀਆਂ ਸਾਡੀਆਂ ਹੈਗੀਆਂ ਯੂ نو ਵੀ ਕੈਨ ਗੋ ਵਿਦ 10 5 20% ਡਾਊਨ ਪੇਮੈਂਟ. ਐਨੀ ਮਾਰਗੇਜ ਜਿਹੜੀ ਲੈਸ ਦੈਨ 20% ਤੋਂ ਹੈਗੀ ਆ ਜੇ let's say you go with 5 10 15 even just a 19% down I'm giving as an example any of those mortgages will qualify for mortgage default insurance. This default insurance is actually ਤੁਹਾਡੇ ਲਈ ਨਹੀਂ ਹੈਗੀ ਆ it is to protect the lender. ਜਿਹੜੇ ਬੈਂਕਸ ਹੈਗੇ ਜਿਹਨਾਂ ਤੋਂ ਤੁਸੀਂ mortgage ਲੈਣ ਲੱਗੇ ਹੈਗੇ ਹੋ it is to protect them in case you default on your mortgage payments. ਕਿ ਜੇ ਹੁਣ ਮੈਂ ਆਪਣੀ mortgage payment ਨਹੀਂ ਕਰ ਸਕਾਂਗਾ who's gonna provide some sort of insurance. So ਉਹ insurance ਜਿਹੜੀ ਹੈਗੀ ਆ ਇਹਨੂੰ ਆਪਾਂ CMHC insurance ਵੀ ਕਹਿੰਦੇ ਹੈਗੀ ਆ it gets added on and ਜਿੱਦਾਂ ਮੈਂ example ਪਹਿਲਾਂ ਵੀ ਦਿੱਤਾ ਸੀਗਾ ਕਿ 6 ਲੱਖ ਤੱਕ ਹੈਗਾ if you put down just 10% ਉਹਦੇ ਉੱਤੇ 16,000 almost 16,000 plus ਦੀ mortgage insurance ਪੈਣੀ ਹੈਗੀ ਆ that is to protect the lender. ਜੀ ਠੀਕ ਹੈ ਸੋ ਇਹ ਵੈਰੀਜ਼ ਕਰਦੀ ਆ ਹਰ ਅਗੇਨ ਇਟ ਡਿਪੈਂਡਸ ਔਨ ਦ ਪਰਚੇਸ ਅਮਾਉਂਟ ਸੋ ਜਿਹੜਾ ਜੇ ਘਰ ਦੀ ਵੈਲਿਊ ਜ਼ਿਆਦਾ ਹੋਗੀ ਤੁਹਾਡੀ ਪੇਮੈਂਟ ਜਿੰਨੀ ਡਾਊਨ ਪੇਮੈਂਟ ਘੱਟ ਹੈਗੀ ਆ then yes the mortgage default insurance will vary based on that. ਜੀ ਸੋ ਜਿੱਦਾਂ ਕਿ ਹੁਣੇ ਸਾਡੇ ਦਰਸ਼ਕਾਂ ਨੂੰ ਰਾਹੁਲ ਜੀ ਨੇ ਦੱਸਿਆ ਹੈ ਕਿ ਮਾਰਗੇਜ ਡਾਊਨ ਪੇਮੈਂਟ ਬਾਰੇ ਇਹਨਾਂ ਨੇ ਬਹੁਤ ਇੰਟਰਸਟਿੰਗ ਗੱਲਾਂ ਦੱਸੀਆਂ ਵੈਸੇ ਸਰ ਤੁਸੀਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਕਰਦੀ ਹਾਂ ਐਪੀਸੋਡ ਦੇ ਵਿੱਚ ਤੇ ਅਸੀਂ ਫਿਰ ਰਾਹੁਲ ਜੀ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਤੇ ਇਹਨਾਂ ਨਾਲ ਹੋਰ ਇੰਟਰਸਟਿੰਗ ਟੌਪਿਕਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਥੱਲੇ ਸਕਰੀਨ ਤੇ ਦਿੱਤੀ ਇਹਨਾਂ ਦੀ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਹੁਣ ਫਿਲਹਾਲ ਮੈਨੂੰ ਦਿਓ ਇਜਾਜ਼ਤ. ਧੰਨਵਾਦ.